ਤੁਹਾਡੀ ਵੀ ਕਹਿੰਦੇ ਮੁਲਾਕਾਤ ਹੋਈ ਆ ਅਮਿਤ ਸ਼ਾਹ ਦੇ ਨਾਲ, ਜਿਹੜੇ ਬੰਦੀ ਸਿੰਘਾਂ ਨੂੰ ਲੈ ਕੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੁਲਾਕਾਤ ਹੋਈ ਆ, ਉਹਦੇ ਉੱਪਰ ਕੀ ਵਿਚਾਰ ਚਰਚਾ ਹੋਈ ਆ? 20 ਬੰਦੀ ਸਿੰਘਾਂ ਦੀਆਂ ਸਾਰੀ ਡਿਟੇਲ, ਕਿਹੜੇ ਕਿਹੜੇ ਧਾਰਾ ਦੇ ਤਹਿਤ ਉਹਨਾਂ 'ਤੇ ਕੇਸ ਹੋਇਆ, ਕੀ ਸਜ਼ਾ ਹੋਈ, ਕਿੰਨੀ ਸਜ਼ਾ ਕੱਟ ਲਈ, ਉਹ ਅਸੀਂ ਉਹਨਾਂ ਨੂੰ ਲਿਸਟ ਦੇ ਕੇ ਆਏ ਹਾਂ ਕਿ ਇਹਨਾਂ ਨੂੰ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਉਹਨੂੰ ਰਿਹਾ ਕੀਤਾ ਜਾਵੇ। ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ, ਜਿਨ੍ਹਾਂ ਦੀ ਰਿਹਾਈ ਦੇ ਵਿੱਚ ਕੋਈ ਕਾਨੂੰਨੀ ਅੜਚਨ ਨਹੀਂ ਹੈ, ਉਹਨਾਂ ਨੂੰ ਅਸੀਂ ਜ਼ਰੂਰ ਰਿਹਾ ਕਰਾਂਗੇ। ਸਾਡੀ ਉਹਨਾਂ ਨੂੰ ਰੱਖਣ ਦੀ ਕੋਈ ਮਨਸ਼ਾ ਨਹੀਂ। ਪਰਿਵਾਰ ਦੇ ਕਿਸੇ ਟਾਈਮ ਇਕਜੁੱਟ ਹੋ ਕੇ ਰਹਿਣਾ ਬਾਦਲ ਪਰਿਵਾਰ ਨਾਲ ਤੇ ਇੱਕਦਮ ਨਿਖੜ ਜਾਣਾ, ਇਹਦਾ ਕੀ ਕਾਰਨ ਬਣਿਆ? ਵੱਡਾ ਕੀ ਇਸ਼ੂ ਸੀਗਾ? ਕਿਉਂਕਿ ਹੁਣ 2022 ਚੱਲ ਰਿਹਾ, 2022 ਦੇ ਵਿੱਚ ਲੋਕ ਵੀ ਪੁੱਛਣਗੇ ਤੁਹਾਡੇ ਤੋਂ ਇਹ ਸਵਾਲ। ਮੈਂ ਕਈ ਵਾਰ ਕਹਿ ਚੁੱਕਿਆ, ਇਹ ਇੱਕੋ ਦਮ ਨਹੀਂ ਹੋਇਆ, ਹੌਲੀ ਹੌਲੀ ਸਮੇਂ ਨਾਲ ਮਤਭੇਦ ਪੈਂਦੇ ਪੈਂਦੇ ਵਧੇ। ਢੀਂਡਸਾ ਸਾਹਿਬ ਇੱਕ ਸਟੇਜ ਐਸੀ ਆ ਗਈ, ਉਹਨਾਂ ਨੇ ਕਿਹਾ ਵੀ ਹੁਣ ਮੈਂ ਨਹੀਂ ਇਸ ਚੀਜ਼ ਨੂੰ, ਜਿਸ ਤਰੀਕੇ ਨਾਲ ਪਾਰਟੀ ਚੱਲ ਰਹੀ ਹੈ, ਜਿਸ ਤਰੀਕੇ ਨਾਲ ਫੈਸਲੇ ਹੋ ਰਹੇ ਨੇ, ਮੈਂ ਨਹੀਂ ਇਹਦੇ ਨਾਲ ਸਹਿਮਤ ਹੋ ਸਕਦਾ। ਫਿਰ ਉਹਨੇ ਜਿਹੜਾ ਅੱਡ ਹੋਣ ਦਾ ਫੈਸਲਾ ਕੀਤਾ। ਹਾਂ, ਪਾਰਟੀ ਦੇ ਵਿੱਚ ਰਹਿ ਕੇ ਆਪਦੀਆਂ ਗੱਲਾਂ ਕੀਤੀਆਂ, ਉਹਨੂੰ ਰੱਖਿਆ, ਪਾਰਟੀ ਦੇ ਵਿੱਚ ਵਿਰੋਧ ਵੀ ਕੀਤਾ, ਪਰ ਪਾਰਟੀ ਦੇ ਅਨੁਸ਼ਾਸਨ ਦੇ ਵਿੱਚ ਰਹਿ ਕੇ। ਅਤੇ ਫਿਰ ਜਦ ਉਹਨਾਂ ਦਾ ਜਿਹੜਾ ਹੈ ਭਰੋਸਾ ਜਿਹਾ ਉੱਠ ਗਿਆ, ਫਿਰ ਉਹਨੇ ਅਸਤੀਫਾ ਦੇ ਕੇ ਪਾਰਟੀ 'ਚੋਂ ਅਹੁਦਿਆਂ ਤੋਂ ਘਰੇ ਬਹਿ ਗਏ। ਪਰਿਵਾਰ ਦੇ ਨਾਲ ਬਿਲਕੁਲ ਖੱਬੇ ਪਾਸੇ ਕੁਰਸੀ ਰਹਿੰਦੀ ਸੀ ਢੀਂਡਸਿਆਂ ਦੀ, ਤੇ ਅੱਜ ਉਹ ਕੁਰਸੀ ਦੂਜੇ ਘਰ ਤੱਕ ਹੋ ਗਈ ਹੈਗੀ, ਕੰਨਾਂ ਨਿਕਲਣੀਆਂ। ਮਤਭੇਦ ਪੈ ਜਾਣ ਤਾਂ ਫਿਰ ਇਹੀ ਹੁੰਦਾ ਗਾ, ਇਸ 'ਚ ਕੋਈ ਦੋ ਰਾਏ ਨਹੀਂ। ਢੀਂਡਸਾ ਸਾਹਿਬ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਨੇੜਤਾ ਰਹੀ ਹੈ, ਬੜਾ ਲੰਬਾ ਸਮਾਂ ਉਹਨਾਂ ਨੇ ਸਾਥ ਨਿਭਾਇਆ। ਪਰ ਨੇੜਤਾ ਹੋਣਾ ਮਤਲਬ ਇਹ ਨਹੀਂ ਵੀ ਅਸੀਂ ਅੱਖਾਂ ਮੀਚ ਲਈਏ, ਜਿਹੜੀ ਕੋਈ ਚੀਜ਼ਾਂ ਨੇ ਜਿਹੜੀਆਂ ਗਲਤ ਨੇ ਉਹਨੂੰ ਗਲਤ ਨਾ ਕਹੀਏ। ਅਤੇ ਜਦ ਤੁਸੀਂ ਕਈ ਵਾਰ ਗਲਤ ਨੂੰ ਗਲਤ ਕਹਿੰਦੇ ਹੋ ਤਾਂ ਫਿਰ ਕੁਝ ਫਰਕ ਵੀ ਪੈ ਜਾਂਦੇ, ਭਰਾਵਾਂ 'ਚ ਵੀ ਫਰਕ ਪੈ ਜਾਂਦੇ। ਸੋ ਫਰਕ ਪਿਆ ਅਤੇ ਮੈਨੂੰ ਨਹੀਂ ਲੱਗਦਾ ਇਹ ਛੇਤੀ ਕੋਈ ਕਿਤੇ ਪੂਰੇ ਜਾ ਸਕਦਾ। ਪੰਜਾਬ ਇੱਕ ਅਜਿਹੇ ਹਾਲਾਤਾਂ ਵਿੱਚ ਹੀ ਲੰਘ ਰਿਹਾ ਜਿਸ ਨੂੰ ਦੇਖਦੇ ਹੋਏ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਪੰਜਾਬ ਆਖਰ 1947 ਤੋਂ ਬਾਅਦ ਕਿੱਧਰ ਨੂੰ ਗਿਆ। ਉਹ ਪੰਜਾਬ ਯੋਧਿਆਂ ਦੀ ਧਰਤੀ ਖਤਮ ਹੁੰਦਾ ਨਜ਼ਰ ਆ ਰਿਹਾ ਹੈਗਾ ਕਿਤੇ ਕਿਤੇ ਜਾ ਕੇ। ਤੁਸੀਂ ਕੀ ਸੋਚਦੇ ਇਸ ਬਾਰੇ? ਅਸੀਂ ਗੰਭੀਰ ਸੰਕਟ 'ਚ ਹਾਂ, ਆਰਥਿਕ, ਸਮਾਜਿਕ, ਧਾਰਮਿਕ ਵੀ। ਇਹ ਸਾਰੀਆਂ ਨੂੰ ਨਜਿੱਠਣ ਲਈ ਬੜੇ ਸਖਤ ਕਦਮ, ਕੌੜੇ ਘੁੱਟ ਇਹ ਭਰ ਕੇ ਹੀ ਪੰਜਾਬ ਦਾ ਜਿਹੜਾ ਹੈ ਭਾਰਤਾਰਾ ਹੋ ਸਕਦਾ। ਨਹੀਂ, ਮੈਨੂੰ ਲੱਗਦਾ ਦਿਨ ਪਰ ਦਿਨ ਪੰਜਾਬ ਦਾ ਗਿਰਾਵਟ ਵੱਧ ਜਾ ਰਹੀ। ਮੁੱਖ ਮੰਤਰੀ ਆ ਕੇ ਪੰਜਾਬ ਦੇ ਵਿੱਚ ਕਹਿੰਦਾ ਕਿ ਮੈਂ ਆਮ ਲੋਕਾਂ ਦਾ ਮੁੱਖ ਮੰਤਰੀ ਹਾਂ, ਆਮ ਆਦਮੀ ਹਾਂ। ਉਹਨਾਂ ਵੱਲੋਂ ਮਜੀਠੀਆ ਉੱਪਰ ਨਿਸ਼ਾਨੇ ਸਾਧੇ ਜਾਂਦੇ ਨੇ ਕਿ ਮਜੀਠੀਆ ਚਿੱਟੇ ਦਾ ਤਸਕਰ ਆ, ਫਿਰ ਬਾਅਦ ਦੇ ਵਿੱਚੋਂ ਮਾਫੀਆਂ ਹੀ ਮੰਗੀਆਂ ਜਾਂਦੀਆਂ ਨੇ। ਹੁਣ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਨਿਸ਼ਾਨੇ ਸਾਧੇ ਜਾਂਦੇ ਨੇ, ਚੰਨੀ ਵੱਲੋਂ ਨਿਸ਼ਾਨੇ ਸਾਧੇ ਜਾਂਦੇ ਨੇ। ਇਹਨਾਂ ਨੂੰ ਕਿਵੇਂ ਦੇਖਦੇ? ਚਾਰੇ ਤਰਫੋਂ ਪੋਲੀਟਿਕਸ ਹੋ ਰਹੀ ਹੈ। ਜੇ ਤੁਸੀਂ ਕਰਨਾ ਕਰੋ। 4 ਸਾਲ ਕਿਸ ਚੀਜ਼ ਦੀ ਉਡੀਕ ਸੀਗੀ? ਤੁਹਾਡੀ ਸਰਕਾਰ ਸੀ, ਤੁਸੀਂ MLA ਤਾਂ ਉਹੀ ਸੀ ਨਾ, ਤੁਹਾਡੀ ਹਾਈ ਕਮਾਂਡ ਵੀ ਉਹੀ ਸੀ। ਜੇ ਮੁੱਖ ਮੰਤਰੀ ਦੀ ਤੁਸੀਂ ਚਲੋ ਕਹਿ ਲਓ ਵੀ ਮੁੱਖ ਮੰਤਰੀ ਹੋਰ ਸੀ, ਪਰ ਹਾਈ ਕਮਾਂਡ ਉਹੀ ਸੀ, ਪੰਜਾਬ ਉਹੀ ਸੀ, ਸਾਰਾ ਕੁਝ ਉਹੀ ਸੀ। ਤੁਸੀਂ ਕਾਰਵਾਈ ਕਰ ਸਕਦੇ ਸੀ। ਹੁਣ ਜੇ ਤੁਸੀਂ ਕਾਰਵਾਈ ਦੇ ਤਾਂ ਤੁਸੀਂ ਸਿਰਫ ਸਿਆਸੀ ਲਾਹਾ ਲਾਉਣ ਵਾਸਤੇ ਕਰ ਰਹੇ ਹੋ। ਨਹੀਂ ਤਾਂ ਜਿਹੜੇ ਦੋਸ਼ੀ ਨੇ, ਚਾਹੇ ਨਸ਼ੇ ਦੇ ਦੋਸ਼ੀ ਨੇ, ਉਹ ਅੰਦਰ ਹੁੰਦੇ। ਤੁਸੀਂ 3 ਸਾਲ ਜਿਹੜੀ ਫਾਈਲ ਬੰਦ ਲਿਫਾਫਾ ਪਈ ਰਹੀ, ਤੁਸੀਂ ਉਹਨੂੰ ਖੁਲਾ ਹੀ ਨਹੀਂ ਸਕੇ। ਕਿ ਤੁਹਾਡੀ ਇੱਛਾ ਹੀ ਨਹੀਂ ਸੀ ਖੁਲਾਉਣ ਦੀ ਫਾਈਲਾਂ ਨੂੰ? ਅਸੀਂ ਜਿਨ੍ਹਾਂ ਨੇ ਯੁੱਧ ਨਹੀਂ ਕੀਤਾ ਤੇਰੇ ਸਾਊ ਪੁੱਤ ਨਹੀਂ ਹਾਂ ਜ਼ਿੰਦਗੀ। ਤਾਂ ਅਵਤਾਰ ਸਿੰਘ ਪਾਸ਼ ਨੇ ਬੜਾ ਸੋਹਣਾ ਲਿਖਿਆ ਸੀ, ਜਿਹੜੇ ਲੋਕ ਲੜਦੇ ਨਹੀਂ ਜ਼ਿੰਦਗੀ ਦੇ ਨਾਲ ਤਾਂ ਉਹ ਹਮੇਸ਼ਾ ਦੇ ਲਈ ਦਬ ਕੇ ਰਹਿ ਜਾਂਦੇ ਨੇ, ਘੁੱਟ ਕੇ ਰਹਿ ਜਾਂਦੇ ਨੇ। ਕਿਸੇ ਟਾਈਮ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਾਈ ਹੁੰਦੀ ਸੀ, ਚੜ੍ਹਤ ਹੁੰਦੀ ਸੀ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਗੱਲ ਕਰਦਾ ਸੀ, ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਦਾ ਸੀ। ਪਰ ਅੱਜ ਜੇ ਗੱਲ ਕਰੀਏ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਇੱਕ ਪਰਿਵਾਰ ਦਾ ਹੋ ਕੇ ਰਹਿ ਗਿਆ। ਤਾਂ ਸਾਡੇ ਨਾਲ ਇਸ ਵਕਤ ਸੁਖਦੇਵ ਸਿੰਘ ਢੀਂਡਸਾ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਮੌਜੂਦ ਨੇ। ਗੱਲਬਾਤ ਕਰਦੇ ਹਾਂ। ਬੜਾ ਗਾੜਾ ਸੰਗਰੂਰ ਏਰੀਏ ਦੇ ਵਿੱਚ ਢੀਂਡਸਾ ਪਰਿਵਾਰ ਦਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਸਿਹਤਾਂ ਦੱਸੋ ਜੀ ਕਿਵੇਂ ਆ? ਠੰਡ ਬੜੀ ਹੋ ਰਹੀ ਆ, ਸਿਆਸਤ ਦਾ ਮੌਸਮ ਗਰਮ ਆ। ਸਿਆਸਤ ਗਰਮਾਈ ਹੋਈ ਹੈ ਅਤੇ ਠੰਡ ਪੂਰੀ ਹੈ, ਬਿਮਾਰੀ ਫੈਲੀ ਹੋਈ ਹੈ। ਕਰੋਨਾ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਅਸੀਂ ਤਾਂ ਸਾਰਿਆਂ ਦੀ ਸੁੱਖ ਸਾਂਦ ਦੀ ਅਰਦਾਸ ਕਰਦੇ ਹਾਂ। ਚਲੋ ਸਾਰਾ ਇਹ ਸਮਾਂ ਲੰਘ ਜੇ ਅਤੇ ਪਰਮਾਤਮਾ ਸਾਰਿਆਂ ਨੂੰ ਸੁੱਖ ਸ਼ਾਂਤ ਰੱਖੇ। ਜੇਕਰ ਆਪਾਂ ਗੱਲ ਕਰੀਏ ਤਾਂ ਸੰਗਰੂਰ ਹਲਕਾ ਪੈ ਜਾਂਦਾ ਤੁਹਾਡਾ, ਲਹਿਰਾ ਗਾਗਾ ਪੈ ਜਾਂਦਾ। ਉਹ ਇੱਕ ਅਜਿਹਾ ਏਰੀਆ ਜਿੱਥੇ ਇਨਕਲਾਬੀ ਬੜੇ ਪੈਦਾ ਹੋਏ, ਕਾਮਰੇਡ ਬੜੇ ਪੈਦਾ ਹੋਏ। ਜੇਕਰ ਆਪਾਂ ਸਿੱਖੀ ਸਿਧਾਂਤਾਂ ਦੀ ਗੱਲ ਕਰੀਏ ਤਾਂ ਉੱਥੋਂ ਬੜੀ ਸ਼ੁਰੂਆਤ ਹੁੰਦੀ ਆ। ਲੌਂਗੋਵਾਲ ਕੋਲੇ ਪੈ ਜਾਂਦਾ, ਲੌਂਗੋਵਾਲ, ਸੰਤ ਲੌਂਗੋਵਾਲ ਦੀ ਬੜੀ ਚਰਚਾ ਰਹੀ ਆ। ਤਾਂ ਅੱਜ ਦੀ ਸਿਆਸਤ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਜੀ? ਇਸ 'ਚ ਕੋਈ ਦੋ ਰਾਏ ਨਹੀਂ। ਜ਼ਿਲ੍ਹਾ ਸੰਗਰੂਰ ਹਮੇਸ਼ਾ ਕ੍ਰਾਂਤੀਕਾਰੀ ਰਿਹਾ
ਤੇ ਹਮੇਸ਼ਾ ਜਿਹੜਾ ਹੈ ਉਹਨਾਂ ਨੇ ਇੱਕ ਨਵੀਂ ਸੋਚ ਨੂੰ ਜਨਮ ਦਿੱਤਾ ਹੈ ਤੇ ਖਾਸ ਤੌਰ ਤੇ ਪੰਥਕ ਵੀ ਬੜੀ ਇਲਾਕਾ ਰਿਹਾ, ਪੰਥਕ ਵਿਚਾਰਧਾਰਾ ਦੇ ਲੋਕ ਨੇ ਤੇ ਹੁਣ ਵੀ ਮੈਂ ਇਹ ਸਮਝਦਾ ਵੀ ਪੰਜਾਬ ਨੂੰ ਇੱਕ ਨਵੀਂ ਦਿਸ਼ਾ ਦਿਖਾਉਣ ਦਾ ਇੱਕ ਆਪਦਾ ਰੋਲ ਅਦਾ ਸੰਗਰੂਰ ਜ਼ਿਲ੍ਹਾ ਕਰੇਗਾ। ਢੀਂਡਸਾ ਜੀ ਜੇ ਗੱਲ ਕਰਦੇ ਹਾਂ ਤਾਂ ਪੰਜਾਬ ਇੱਕ ਅਜਿਹੇ ਹਾਲਾਤਾਂ ਵਿੱਚ ਦੀ ਲੰਘ ਰਿਹਾ ਜਿਸ ਨੂੰ ਦੇਖਦੇ ਹੋਏ ਸੋਚਣ ਲਈ ਮਜਬੂਰ ਹੋ ਜਾਂਦਾ ਕਿ ਪੰਜਾਬ ਆਖਰ 1947 ਤੋਂ ਬਾਅਦ ਕਿੱਧਰ ਨੂੰ ਗਿਆ। ਉਹ ਪੰਜਾਬ ਯੋਧਿਆਂ ਦੀ ਧਰਤੀ ਖਤਮ ਹੁੰਦਾ ਨਜ਼ਰ ਆ ਰਿਹਾ ਹੈਗਾ ਕਿਤੇ ਨਾ ਕਿਤੇ ਜਾ ਕੇ। ਤੁਸੀਂ ਕੀ ਸੋਚਦੇ ਇਸ ਬਾਰੇ? ਬਿਲਕੁਲ ਅੱਜ ਬੜੀ ਚਿੰਤਾ ਦਾ ਵਿਸ਼ਾ, ਸਾਨੂੰ ਹਰ ਪਾਸੋਂ ਜਿਹੜੀ ਹੈ ਅਸੀਂ ਗੰਭੀਰ ਸੰਕਟ 'ਚ ਹਾਂ, ਆਰਥਿਕ, ਸਮਾਜਿਕ, ਧਾਰਮਿਕ ਵੀ। ਤੇ ਜਿਹੜੀ ਇੱਕ ਸਾਨੂੰ ਬੜਾ ਗੰਭੀਰਤਾ ਦੇ ਨਾਲ ਇਹਨਾਂ ਮਸਲਿਆਂ ਦੇ ਨਾਲ ਨਜਿੱਠਣਾ ਪਏਗਾ, ਇਹਨਾਂ ਨੂੰ ਹੱਲ ਕਰਨਾ ਪਊਗਾ, ਚਾਹੇ ਬੇਰੁਜ਼ਗਾਰੀ ਹੈ, ਚਾਹੇ ਨਸ਼ੇ ਨੇ, ਚਾਹੇ ਆਰਥਿਕ ਮੰਦਹਾਲੀ ਹੈ। ਇਹ ਸਾਰੀਆਂ ਨੂੰ ਨਜਿੱਠਣ ਲਈ ਬੜੇ ਸਖਤ ਕਦਮ, ਕੌੜੇ ਘੁੱਟ ਇਹ ਭਰ ਕੇ ਹੀ ਪੰਜਾਬ ਦਾ ਜਿਹੜਾ ਹੈ ਪਾਰ ਉਤਾਰਾ ਹੋ ਸਕਦਾ। ਨਹੀਂ, ਮੈਨੂੰ ਲੱਗਦਾ ਦਿਨ ਪਰ ਦਿਨ ਪੰਜਾਬ ਗਿਰਾਵਟ ਵੱਲ ਜਾ ਰਿਹਾ। ਗਿਰਾਵਟ ਵੱਲ ਜਾ ਰਿਹਾ ਪੰਜਾਬ ਦੀ ਨੌਜਵਾਨੀ ਟੈਂਕੀਆਂ 'ਤੇ ਚੜੀ ਦੇਖੀ ਗਈ ਪਿਛਲੇ ਸਾਲਾਂ ਦੇ ਦੌਰਾਨ, ਚਾਹੇ ਜੀ 10 ਸਾਲ ਅਕਾਲੀ ਦਲ ਨੇ ਰਾਜ ਕੀਤਾ ਤੇ ਜਾਂ ਫਿਰ 5 ਸਾਲ ਕਾਂਗਰਸ ਨੇ ਰਾਜ ਕੀਤਾ। ਪਿਛਲੇ 15 ਸਾਲਾਂ ਦੇ ਵਿੱਚ ਪੰਜਾਬ ਦੀ ਜਵਾਨੀ ਟੈਂਕੀਆਂ 'ਤੇ ਚੜੀ ਦੇਖੀ ਤੇ ਪੰਜਾਬ ਦੀ ਕਿਸਾਨੀ ਬਾਰਡਰਾਂ 'ਤੇ ਬੈਠੀ ਦੇਖੀ। ਆਖਰ ਇਸ ਦਾ ਹੱਲ ਕੀ ਹੈਗਾ? ਇਹਦਾ ਹੱਲ ਹੈ ਲੋਕ ਜਿਹੜੇ ਨੇ ਆਪਾਂ ਦੇਖੋ ਕਿਸੇ 'ਤੇ ਨਿਰਭਰ ਨਹੀਂ ਹੋ ਸਕਦੇ। ਆਪਾਂ ਨੂੰ ਖੁਦ ਜਿਹੜਾ ਹੈ ਆਪਦਾ ਭਵਿੱਖ ਬਣਾਉਣਾ ਪਊਗਾ। ਹੁਣ ਜਿੱਥੋਂ ਤੱਕ ਨੌਜਵਾਨ ਨੇ, ਠੀਕ ਹੈ, ਉਹਨਾਂ ਦਾ ਹੱਕ ਹੈ ਆਪਦਾ ਰੁਜ਼ਗਾਰ ਮੰਗਣ ਦਾ, ਪਰ ਨਾ ਹੀ ਸਰਕਾਰ ਹਰ ਕਿਸੇ ਨੂੰ ਵਿਅਕਤੀ ਨੂੰ ਸਰਕਾਰੀ ਰੁਜ਼ਗਾਰ ਦੇ ਸਕਦੀ ਹੈ। ਸਰਕਾਰ ਨੂੰ ਨੌਜਵਾਨਾਂ ਨੂੰ ਸਮਰੱਥ ਬਣਾਉਣਾ ਪਊ ਵੀ ਆਪ ਰੁਜ਼ਗਾਰ ਪੈਦਾ ਕਰਨ, ਆਪ ਵੀ ਰੁਜ਼ਗਾਰ ਲੈਣ ਤੇ ਲੋਕਾਂ ਨੂੰ ਵੀ ਦੇਣ। ਇਹ ਪੰਜਾਬ ਦੇ ਵਿੱਚ ਖਾਸੀਅਤ ਸੀ ਵੀ ਸਾਡੇ ਇੱਕ ਆਂਤਰਪ੍ਰਨੋਰਸ਼ਿਪ ਸੀ ਪੰਜਾਬ ਦੇ ਲੋਕਾਂ 'ਚ, ਜਿਹੜੀ ਵੱਡੇ ਜਿਹੜੇ ਬਿਜ਼ਨਸ ਹਾਊਸਿਸ ਜਾਂ ਜਿਹੜੇ ਦੁਨੀਆ ਦੇਸ਼ 'ਚ ਤੁਸੀਂ ਦੇਖਦੇ ਹੋ ਸਾਰੇ ਪੰਜਾਬ 'ਚੋਂ ਪੈਦਾ ਹੋਏ ਨੇ। ਅੱਜ ਕਿੱਥੇ ਚਲੇ ਗਏ? ਕਿਉਂਕਿ ਅਸੀਂ ਉਸ ਚੀਜ਼ ਨੂੰ ਬੜਾਵਾ ਨਹੀਂ ਦਿੰਦੇ। ਸਰਕਾਰਾਂ ਨੇ ਫ੍ਰੀ ਬੀਜ ਜਾਂ ਮੁਫਤ ਦੇਣ ਦੇ ਲੋਕਾਂ ਨੂੰ ਗੰਝਾਉਣ ਦੀ ਕੋਸ਼ਿਸ਼ ਕੀਤੀ ਹੈ, ਲੋਕਾਂ ਨੂੰ ਆਪ ਸਮਰੱਥ ਬਣਨ ਦੀ ਕੋਸ਼ਿਸ਼ ਨਹੀਂ ਕੀਤੀ। ਅਤੇ ਸਾਨੂੰ ਜਿਹੜੀਆਂ ਪੋਲਿਸੀਜ਼ ਨੇ ਉਹ ਫੋਕਸ ਹੋਣੀਆਂ ਚਾਹੀਦੀਆਂ ਵੀ ਅਸੀਂ ਸਾਡੇ ਬੱਚੇ ਆਪ ਸਵੈ ਨਿਰਭਰ ਕਿਵੇਂ ਹੋ ਸਕਦੇ ਨੇ, ਉਹਦੇ ਲਈ ਉਹਨਾਂ ਨੂੰ ਕਿਹੜੇ ਸਾਧਨਾਂ ਦੀ ਲੋੜ ਹੈ, ਉਹ ਸਾਧਨ ਮੁਹੱਈਆ ਕਰਾਉਣ। ਸਰਕਾਰ ਦਾ ਕੰਮ ਫੈਸਿਲੀਟੇਟ ਕਰਨਾ, ਸਰਕਾਰ ਦਾ ਕੰਮ ਲੋਕਾਂ ਨੂੰ ਉਸ ਆਪਦਾ ਜੋ ਕਪੈਸਿਟੀ ਹੈ, ਕੈਪੇਬਿਲਿਟੀ ਹੈ, ਉਹਦੇ 'ਤੇ ਪਹੁੰਚਣ ਲਈ ਉਹ ਲੋਕਾਂ ਨੂੰ ਫੈਸਿਲੀਟੇਟ ਕਰਨਾ ਅਤੇ ਉਹ ਸਰਕਾਰ ਨੂੰ ਕੰਮ ਕਰਨਾ ਚਾਹੀਦਾ। ਅਤੇ ਇਸ ਲਈ ਸਰਕਾਰ ਦੇ ਰਿਸੋਰਸਿਸ ਵੀ ਸਹੀ ਰਸਤੇ ਜਗ੍ਹਾ 'ਤੇ ਨਹੀਂ ਲੱਗੇ। ਉਹ ਵੀ ਜਿਹੜਾ ਜਿਹਦੇ ਕਰਕੇ ਸਰਕਾਰ ਵੀ ਸਾਡੀਆਂ ਕਰਜ਼ਈ ਹੋ ਗਈਆਂ, ਲੋਕ ਵੀ ਕਰਜ਼ਈ ਹੋ ਗਏ ਅਤੇ ਹਰ ਕੋਈ ਸਰਕਾਰੀ ਨੌਕਰੀ ਨੂੰ ਝਾਕਦਾ, ਜੇ ਨਹੀਂ ਮਿਲਦੀ ਬੱਚੇ ਬਾਹਰ ਭੱਜ ਰਹੇ ਨੇ। ਸੋ ਇਹ ਇੱਕ ਗੰਭੀਰ ਸੰਕਟ ਬਣ ਗਿਆ। ਜਾਂ ਫਿਰ ਨਸ਼ਿਆਂ ਵੱਲ ਜਾਂਦੇ ਨੇ, ਬੇਰੁਜ਼ਗਾਰੀ ਪੈਦਾ ਹੋ ਗਈ, ਨਸ਼ੇ ਪੈਦਾ ਹੋ ਗਏ ਅਤੇ ਸਾਡੇ ਅਸੰਤੁਸ਼ਟੀ ਆਪ ਪੈਦਾ ਹੋ ਗਈ ਲੋਕਾਂ 'ਚ। ਨਸ਼ਿਆਂ ਦੀ ਗੱਲ ਕਰੀਏ, ਨਸ਼ਿਆਂ ਦੇ ਮੁੱਦੇ ਦੇ ਉੱਪਰ ਚੋਣਾਂ ਲੜੀਆਂ ਜਾਂਦੀਆਂ ਨੇ, ਅਸੀਂ ਨਸ਼ੇ ਖਤਮ ਕਰ ਦਿਆਂਗੇ, ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਦਵਾ ਦਿਆਂਗੇ, ਪਰ ਉਹ ਮੁੱਦੇ ਜਿਹੜੇ ਅੱਧ ਵਿਚਾਲੇ ਲਟਕ ਜਾਂਦੇ ਨੇ। ਇਹ ਕਿਉਂ ਲਟਕਦੇ ਨੇ? ਫਿਰ ਸਰਕਾਰ ਦੀ ਨੀਅਤ 'ਚ ਫਰਕ ਹੈਗਾ। ਦੇਖੋ, ਮੈਂ ਕਹਾਂ ਕੋਈ ਸਰਕਾਰ ਸਾਰੇ ਨਸ਼ੇ ਬਿਲਕੁਲ ਖਤਮ ਕਰ ਦੂ, ਇਹ ਪੋਸੀਬਲ ਨਹੀਂ ਹੈ। ਦੁਨੀਆ ਦੇ ਵਿੱਚ ਤੁਸੀਂ ਵੱਡੇ ਦੇਸ਼ ਨੇ, ਵੱਡੀਆਂ ਦੁਨੀਆ ਦੀਆਂ ਤਾਕਤਾਂ ਨੇ, ਅਮਰੀਕਾ ਵਰਗੇ ਦੇਸ਼, ਤੁਸੀਂ ਕੈਨੇਡਾ ਚਲੇ ਜਾਓ, ਉੱਥੇ ਨਸ਼ਾ ਖਤਮ ਨਹੀਂ ਹੈ, ਪਰ ਉੱਥੇ ਸਖਤੀ ਹੈ। ਜਿਹੜੇ ਨਸ਼ਾ ਵੇਚਣ ਉਹਦੇ ਮਨ 'ਚ ਡਰ ਹੈ, ਭੈ ਹੈ, ਕਾਨੂੰਨ ਦਾ ਡਰ ਹੈ, ਉਹ ਪੈਦਾ ਕਰਨਾ ਅਤੇ ਘੱਟੋ ਘੱਟ ਜਿਹੜਾ ਹੈ ਸਰਕਾਰੀ ਜਾਂ ਜਿਹੜੇ ਕੋਈ ਲੋਕ ਜਿਨ੍ਹਾਂ ਕੋਲ ਤਾਕਤ ਹੈ ਉਹ ਉਹਨੂੰ ਸ਼ਹਿ ਨਾ ਦੇਣ, ਇਹ ਨਿਸ਼ਚਿਤ ਕਰਨਾ ਜ਼ਰੂਰੀ ਹੈ। ਅਤੇ ਇਸ ਲਈ ਜੇ ਡਰ ਹੋਏਗਾ ਤਾਂ ਕਿਤੇ ਨਾ ਕਿਤੇ ਉਸ ਚੀਜ਼ ਨੂੰ ਠੱਲ ਪੈ ਸਕਦੀ ਹੈ। ਜਿਹੜੇ ਬਹੁਤ ਲੋਕ ਨਸ਼ੇ ਤੋਂ ਜਾਂ ਨਸ਼ੇ ਦੀ ਜਿਹੜੇ ਕੰਮ ਕਰਨ ਤੋਂ ਬਚ ਸਕਦੇ ਨੇ। ਇਹ ਸਰਕਾਰ ਨੂੰ ਜਿਹੜਾ ਹੈ ਇਸ ਪਾਸੇ ਨੂੰ ਸੋਚਣ ਦੀ ਲੋੜ ਹੈ। ਜਦੋਂ ਚੱਲਿਆ ਮੁੱਖ ਮੰਤਰੀ ਆ ਕੇ ਪੰਜਾਬ ਦੇ ਵਿੱਚ ਕਹਿੰਦਾ ਕਿ ਮੈਂ ਆਮ ਲੋਕਾਂ ਦਾ ਮੁੱਖ ਮੰਤਰੀ ਹਾਂ, ਆਮ ਆਦਮੀ ਹਾਂ, ਉਹਨਾਂ ਵੱਲੋਂ ਮਜੀਠੀਆ ਉੱਪਰ ਨਿਸ਼ਾਨੇ ਸਾਧੇ ਜਾਂਦੇ ਨੇ ਕਿ ਮਜੀਠੀਆ ਚਿੱਟੇ ਦਾ ਤਸਕਰ ਆ, ਫਿਰ ਬਾਅਦ ਦੇ ਵਿੱਚੋਂ ਮਾਫੀਆਂ ਵੀ ਮੰਗੀਆਂ ਜਾਂਦੀਆਂ ਨੇ। ਹੁਣ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਨਿਸ਼ਾਨੇ ਸਾਧੇ ਜਾਂਦੇ ਨੇ, ਚੰਨੀ ਵੱਲੋਂ ਨਿਸ਼ਾਨੇ ਸਾਧੇ ਜਾਂਦੇ ਨੇ। ਇਹਨਾਂ ਨੂੰ ਕਿਵੇਂ ਦੇਖਦੇ? ਫਿਰ ਦੇਖੋ, ਇਹ ਤਾਂ ਚਾਰੇ ਤਰਫੋਂ ਪੋਲੀਟਿਕਸ ਹੋ ਰਹੀ ਹੈ। ਜੇ ਤੁਸੀਂ ਕਰਨਾ ਕਰੋ,
4 ਸਾਲ ਕਿਸ ਚੀਜ਼ ਦੀ ਉਡੀਕ ਸੀਗੀ? ਤੁਹਾਡੀ ਸਰਕਾਰ ਸੀ, ਤੁਸੀਂ MLA ਤਾਂ ਉਹੀ ਸੀ ਨਾ, ਤੁਹਾਡੀ ਹਾਈ ਕਮਾਂਡ ਵੀ ਉਹੀ ਸੀ। ਜੇ ਮੁੱਖ ਮੰਤਰੀ ਦੀ ਤੁਸੀਂ ਚਲੋ ਕਹਿ ਲਓ ਵੀ ਮੁੱਖ ਮੰਤਰੀ ਹੋਰ ਸੀ, ਪਰ ਹਾਈ ਕਮਾਂਡ ਉਹੀ ਸੀ, ਪੰਜਾਬ ਉਹੀ ਸੀ, ਸਾਰਾ ਕੁਝ ਉਹੀ ਸੀ। ਤੁਸੀਂ ਕਾਰਵਾਈ ਕਰ ਸਕਦੇ ਸੀ। ਹੁਣ ਜੇ ਤੁਸੀਂ ਕਾਰਵਾਈ ਤੇ ਤਾਂ ਤੁਸੀਂ ਸਿਰਫ ਸਿਆਸੀ ਲਾਹਾ ਲਾਉਣ ਵਾਸਤੇ ਕਰ ਰਹੇ ਹੋ। ਨਹੀਂ ਤਾਂ ਜਿਹੜੇ ਦੋਸ਼ੀ ਨੇ, ਚਾਹੇ ਨਸ਼ੇ ਦੇ ਦੋਸ਼ੀ ਨੇ, ਉਹ ਅੰਦਰ ਹੁੰਦੇ। ਤੁਸੀਂ 3 ਸਾਲ ਜਿਹੜੀ ਫਾਈਲ ਬੰਦ ਲਿਫਾਫਾ ਪਈ ਰਹੀ, ਤੁਸੀਂ ਉਹਨੂੰ ਖੁਲਾ ਹੀ ਨਹੀਂ ਸਕੇ। ਕਿ ਤੁਹਾਡੀ ਇੱਛਾ ਹੀ ਨਹੀਂ ਸੀ ਖੁਲਾਉਣ ਦੀ ਫਾਈਲਾਂ ਨੂੰ? ਤਾਂ ਹੁਣ ਲੋਕਾਂ ਦੇ ਤੁਸੀਂ ਅੱਖ ਪੂੰਝਣ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀ। ਹਾਂ, ਇਹ ਅਸੀਂ ਮੰਨਦੇ ਹਾਂ ਵੀ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕੋਈ ਵੀ ਦੋਸ਼ੀ ਹੈ, ਵੱਡੇ ਤੋਂ ਵੱਡਾ, ਛੋਟੇ ਤੋਂ ਛੋਟਾ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇ ਇਹ ਸਜ਼ਾ ਮਿਲੂ ਤਾਂ ਹੀ ਲੋਕਾਂ ਦੇ ਮਨ 'ਚ ਭੈ ਹੋਊਗਾ, ਡਰ ਹੋਊਗਾ। ਜਿਹੜੀ ਮੈਂ ਤੁਹਾਨੂੰ ਗੱਲ ਕੀਤੀ ਪਹਿਲਾਂ ਵੀ, ਭੈ ਡਰ ਹੋਣਾ ਚਾਹੀਦਾ ਕਾਨੂੰਨ ਦਾ। ਸਾਹਿਬ ਜੀ ਗੱਲ ਕਰਦੇ ਹਾਂ ਤਾਂ ਤੁਹਾਡੀ ਵੀ ਕਹਿੰਦੇ ਗੱਠਜੋੜ ਹੁੰਦਾ ਆ ਰਿਹਾ ਹੈਗਾ BJP ਦੇ ਨਾਲ, ਹੋ ਜਾਏਗਾ ਜਾਂ ਹੋ ਗਿਆ ਹੋਣਾ, ਪਰ ਲੱਗਦਾ ਤੁਹਾਨੂੰ ਜਿਹੜੇ ਪੰਜਾਬ ਦੇ ਲੋਕ ਨੇ ਸਵੀਕਾਰ ਕਰਨਗੇ BJP ਨਾਲ ਗੱਠਜੋੜ ਕਰੇ? ਮੈਂ ਆਪਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਵੀ ਇਹ ਗੱਲ ਕਹੀ ਸੀ। ਠੀਕ ਹੈ, ਜਿਹੜੇ ਕਾਨੂੰਨ ਸੀ ਉਹ ਗਲਤ ਸੀ, ਉਹਨਾਂ ਨੇ ਕਿਸਾਨੀ ਦਾ ਨੁਕਸਾਨ ਕੀਤਾ, ਲੋਕਾਂ ਨੂੰ ਬੜਾ ਵੱਡਾ ਸੰਘਰਸ਼ ਕਰਨਾ ਪਿਆ, ਲੋਕਾਂ ਨੂੰ ਬੜੀ ਕੁਰਬਾਨੀਆਂ ਵੀ ਦੇਣੀਆਂ ਪਈਆਂ, ਪਰ ਉਹ ਕਾਨੂੰਨ ਵਾਪਸ ਹੋ ਗਏ। ਪ੍ਰਧਾਨ ਮੰਤਰੀ ਨੇ ਗਲਤੀ ਮੰਨੀ ਹੈ। ਹੁਣ ਸਾਨੂੰ ਜਿਹੜਾ ਹੈ, ਜੇ ਆਪਾਂ ਕਹੀਏ ਵੀ ਅੱਗੇ ਦਾ ਕੀ ਸਾਡਾ ਭਵਿੱਖ ਹੈ, ਉਹ ਭਵਿੱਖ ਨੂੰ ਕਿਵੇਂ ਅਸੀਂ ਸਵਾਰਨਾ, ਉਹਦਾ ਵੀ ਸੋਚਣਾ ਜ਼ਰੂਰੀ ਹੈ। ਕਿ ਅਸੀਂ ਕੇਂਦਰ ਦੇ ਸਹਿਯੋਗ ਤੋਂ ਬਿਨਾਂ ਪੰਜਾਬ ਨੂੰ ਸਾਡੀਆਂ ਸਾਰੀਆਂ ਮੁਸ਼ਕਿਲਾਂ ਜਿਹੜੀਆਂ ਆਪਾਂ ਗੱਲ ਕੀਤੀ ਇਹਨੂੰ ਕੱਢ ਸਕਦੇ ਹਾਂ, ਖਾਸ ਤੌਰ 'ਤੇ ਆਰਥਿਕ ਤੌਰ 'ਤੇ। ਜੇ ਕੇਂਦਰ ਸਾਡੇ ਨਾਲ ਨਹੀਂ ਹੋ, ਅਸੀਂ ਇਹ ਨਹੀਂ ਕਰ ਸਕਦੇ। ਸੋ ਕੇਂਦਰ ਨਾਲ ਠੀਕ ਹੈ, ਸਾਡੀਆਂ ਜਿਹੜੀਆਂ ਨਾਰਾਜ਼ਗੀਆਂ ਹਨ, ਪਰ ਸਾਨੂੰ ਉਹਨਾਂ ਨੂੰ ਨਾਲ ਲੈ ਕੇ ਵੀ ਭਵਿੱਖ ਲਈ ਜੇ ਸੋਚਣਾ ਤਾਂ ਕਿਤੇ ਨਾ ਕਿਤੇ ਸਾਨੂੰ ਜਿਹੜਾ ਹੈ ਉਹਨਾਂ ਨਾਲ ਸਾਂਝ ਰੱਖਣੀ ਪਊਗੀ, ਸਾਂਝ ਪਾਉਣੀ ਪਊਗੀ, ਤਾਂ ਹੀ ਅਸੀਂ ਉਹਨਾਂ ਦੇ ਸਹਿਯੋਗ ਨਾਲ। ਹਾਂ, ਇਹ ਵੀ ਆਪਾਂ ਯਤਨ ਕਿ ਇਹੋ ਜਿਹੇ ਘਟਨਾ, ਗਲਤੀਆਂ ਹਰ ਵਿਅਕਤੀ ਕਰ ਦਿੰਦਾ ਹੈਗਾ। ਜੇ ਪ੍ਰਧਾਨ ਮੰਤਰੀ ਨੇ ਕੀਤੀ, ਉਹਨੇ ਗਲਤੀ ਵੀ ਮੰਨੀ ਹੈ। ਇਹ ਨਹੀਂ ਹੈਗਾ ਵੀ ਉਹਨੇ ਕਹਿੰਦੇ ਮੈਂ ਗਲਤੀ, ਉਹਨੇ ਗਲਤੀ ਮੰਨੀ ਹੈ ਵੀ ਹਾਂ ਮੇਰੇ ਤੋਂ ਗਲਤੀ ਹੋਈ, ਅਤੇ ਨਾ ਹੀ ਮੈਂ ਲੋਕਾਂ ਨੂੰ ਇਹਦਾ ਫਾਇਦਾ ਦੱਸ ਸਕਿਆ। ਹੁਣ ਸਾਨੂੰ ਅੱਗੇ ਤਾਂ ਤੁਰਨਾ ਹੀ ਪਊਗਾ ਜੇ ਅਸੀਂ ਆਪਦਾ, ਅਤੇ ਉਹ ਕਿੱਡੇ ਵੱਡੇ ਮੁੱਦੇ ਨੇ ਪੰਜਾਬ ਦੇ, ਜਿਵੇਂ ਆਪਾਂ ਗੱਲ ਕੀਤੀ ਹੈ, ਉਹ ਮੁੱਦਿਆਂ ਨੂੰ ਹੱਲ ਕਰਾਉਣਾ ਹੈ ਪੰਜਾਬ। ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਜੇ ਆਰਥਿਕ ਤੌਰ 'ਤੇ ਆਉਣ ਵਾਲੇ ਸਮੇਂ 'ਚ ਕੋਈ ਪੰਜਾਬ ਦੀ ਸਰਕਾਰ ਬਣ ਜਾਏ, ਉਹ ਸਰਕਾਰ ਨਹੀਂ ਚਲਾ ਸਕਦੀ ਕੇਂਦਰ ਦੀ ਸਰਕਾਰ ਤੋਂ ਬਿਨਾਂ, ਕਿਉਂਕਿ ਉਹਨਾਂ ਪੰਜਾਬ ਦੇ ਜੋ ਆਰਥਿਕ ਤੌਰ 'ਤੇ ਇੰਨਾ ਮੰਦਹਾਲੀ ਵੱਲ ਚਲੇ ਗਿਆ। ਅਸੀਂ ਕਰਜ਼ਾ ਮੋੜਨਾ ਅਤੇ ਆਪਦੇ ਬੁਨਿਆਦੀ ਖਰਚੇ ਪੂਰੇ ਕਰਨ ਤੋਂ ਬਿਨਾਂ ਸਾਡੇ ਕੋਲ ਹੋਰ ਕੁਛ ਕਰਨ ਦੀ ਸਮਰੱਥਾ ਨਹੀਂ। ਨਾ ਅਸੀਂ ਫਰੀ ਬਿਜਲੀ ਦੇਣ ਦੀ ਸਮਰੱਥਾ ਹੁਣ, ਨਾ ਅਸੀਂ ਗਰੀਬਾਂ ਨੂੰ ਸਹੂਲਤਾਂ ਦੇਣ ਦੀ ਸਮਰੱਥਾ, ਨਾ ਹੀ ਅਸੀਂ ਜਿਹੜੇ ਐਲਾਨ ਕਰ ਰਹੇ ਉਹਨਾਂ ਨੂੰ ਪੂਰੇ ਕਰਨ ਦੇ ਸਮਰੱਥਾ। ਇਹ ਸੱਚਾਈ ਹੈ, ਕੋਈ ਮੰਨੇ ਨਾ ਮੰਨੇ, ਕੱਲ੍ਹ ਨੂੰ ਸਾਹਮਣੇ ਆ ਜੂ। ਇਹ ਕਿਹੜਾ ਕੋਈ ਬਹੁਤ ਦੂਰ ਦਾ 6 ਮਹੀਨਿਆਂ ਸਾਰੀਆਂ ਗੱਲਾਂ ਸਾਹਮਣੇ ਆ ਜਾਣੀਆਂ ਵੀ ਕੀ ਪੰਜਾਬ ਦਾ ਹਾਲਤ ਹੈ, ਕਿਹੜਾ ਕੋਈ ਦੇ ਸਕਦਾ, ਕੋਈ ਸਰਕਾਰ ਬਣ ਜੇ। ਸੋ ਇਸ ਲਈ ਸਾਨੂੰ ਇੱਕ ਧਿਰ ਨਾਲ ਵਿਰੋਧ ਪਾ ਕੇ ਸਾਡਾ ਮਸਲਾ ਹੱਲ ਨਹੀਂ ਹੋਣਾ। ਹਾਂ, ਅਸੀਂ ਉਹਨਾਂ ਨੂੰ ਇਸ ਚੀਜ਼ 'ਤੇ ਅਸੀਂ ਰਹੀਏ ਵੀ ਇਹੀਆਂ ਜਿਹੀਆਂ ਗਲਤੀਆਂ ਅੱਗੇ ਨਾ ਹੋਣ, ਅਤੇ ਸਾਡੀ ਜਿਹੜੀ ਕੌਮ ਹੈ, ਸਾਡਾ ਪੰਜਾਬ ਹੈ, ਸਾਡੀ ਸਿੱਖ ਕੌਮ ਹੈ, ਉਹਨਾਂ ਨੂੰ ਬਣਦੇ ਹੱਕ, ਉਹਨਾਂ ਨੂੰ ਬੁਨਿਆਦੀ ਉਹਨਾਂ ਦੇ ਮਨੁੱਖੀ ਅਧਿਕਾਰ, ਉਹਨਾਂ ਦਾ ਜਿਹੜਾ ਸੁਰੱਖਿਅਤ ਰੱਖੇ ਜਾਣ। ਇਹਦੇ ਲਈ ਇਹ ਚੀਜ਼ ਨਿਸ਼ਚਿਤ ਕਰਨੀ ਜ਼ਰੂਰੀ ਹੈ। ਚਾਹੇ ਤੁਹਾਡੀ ਵੀ ਕਹਿੰਦੇ ਮੁਲਾਕਾਤ ਹੋਈ ਆ ਅਮਿਤ ਸ਼ਾਹ ਦੇ ਨਾਲ, ਜਿਹੜੇ ਬੰਦੀ ਸਿੰਘਾਂ ਨੂੰ ਲੈ ਕੇ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੁਲਾਕਾਤ ਹੋਈ ਆ, ਉਹਦੇ ਉੱਪਰ ਕੀ ਵਿਚਾਰ ਚਰਚਾ ਹੋਈ ਹੈਗੀ? ਦੇਖੋ, ਅਸੀਂ ਕੱਲ੍ਹ ਮਿਲੇ ਸੀ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ। ਉੱਥੇ 20 ਬੰਦੀ ਸਿੰਘਾਂ ਦੀਆਂ ਸਾਰੀ ਡਿਟੇਲ, ਕਿਹੜੇ ਕਿਹੜੇ ਧਾਰਾ ਦੇ ਤਹਿਤ ਉਹਨਾਂ 'ਤੇ ਕੇਸ ਹੋਇਆ, ਕੀ ਸਜ਼ਾ ਹੋਈ, ਕਿੰਨੀ ਸਜ਼ਾ ਕੱਟ ਲਈ, ਉਹ ਅਸੀਂ ਉਹਨਾਂ ਨੂੰ ਲਿਸਟ ਦੇ ਕੇ ਆਏ ਹਾਂ ਵੀ ਇਹਨਾਂ ਨੂੰ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ ਉਹਨਾਂ ਨੂੰ ਰਿਹਾ ਕੀਤਾ ਜਾਵੇ। ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਵੀ ਜਿਨ੍ਹਾਂ ਨੇ ਸਜ਼ਾ ਪੂਰੀ ਕਰ ਲਈ, ਜਿਨ੍ਹਾਂ ਦੀ ਰਿਹਾਈ ਦੇ ਵਿੱਚ ਕੋਈ ਕਾਨੂੰਨੀ ਅੜਚਨ ਨਹੀਂ ਹੈ, ਉਹਨਾਂ ਨੂੰ ਅਸੀਂ ਜ਼ਰੂਰ ਰਿਹਾ ਕਰਾਂਗੇ। ਸਾਡੀ ਉਹਨਾਂ ਨੂੰ ਰੱਖਣ ਦੀ ਕੋਈ ਮਨਸ਼ਾ ਨਹੀਂ, ਅਤੇ ਇਸ ਗੱਲ ਦਾ ਉਹਨੂੰ ਭਰੋਸਾ ਦਿਵਾਇਆ। ਅਤੇ ਸਾਨੂੰ ਦੱਸਿਆ ਵੀ ਸਾਰੇ ਜਿਹੜੇ ਨੇ ਇੱਕ ਜਿਹੜਾ ਕੈਦੀ ਆ ਉਹਦੇ ਬਾਰੇ ਅਸੀਂ ਤੁਹਾਨੂੰ ਟਿੱਪਣੀ ਕਰਕੇ ਤੁਹਾਨੂੰ ਵਾਪਸ ਜਵਾਬ ਦੇ ਭੇਜਾਂਗੇ, ਅਤੇ ਸਾਨੂੰ ਉਹਨਾਂ ਨੇ ਪੂਰਾ ਭਰੋਸਾ ਦਿਵਾਇਆ ਇਸ ਚੀਜ਼ ਦਾ। ਪਰਿਵਾਰ ਦੇ ਕਿਸੇ ਟਾਈਮ ਇਕਜੁੱਟ ਹੋ ਕੇ ਰਹਿਣਾ ਬਾਦਲ ਪਰਿਵਾਰ ਨਾਲ, ਅਤੇ ਇੱਕਦਮ ਨਿਖੜ ਜਾਣਾ, ਇਹਦਾ ਕੀ ਕਾਰਨ ਬਣਿਆ? ਵੱਡਾ ਕੀ ਇਸ਼ੂ ਸੀਗਾ? ਕਿਉਂਕਿ ਹੁਣ 2022 ਚੱਲ ਰਿਹਾ, 2022 ਦੇ ਵਿੱਚ ਲੋਕ ਵੀ ਪੁੱਛਣਗੇ ਤੁਹਾਡੇ ਤੋਂ ਇਹ ਸਵਾਲ। ਮੈਂ ਕਈ ਵਾਰ ਕਹਿ ਚੁੱਕਿਆ, ਇਹ ਇੱਕੋ ਦਮ ਨਹੀਂ ਹੋਇਆ, ਹੌਲੀ ਹੌਲੀ ਸਮੇਂ ਨਾਲ ਮਤਭੇਦ ਪੈਂਦੇ ਪੈਂਦੇ ਵਧੇ। ਢੀਂਡਸਾ ਸਾਹਿਬ ਇੱਕ ਸਟੇਜ ਐਸੀ ਆ ਗਈ, ਉਹਨਾਂ ਨੇ ਕਿਹਾ ਵੀ ਹੁਣ ਮੈਂ ਨਹੀਂ ਇਸ ਚੀਜ਼ ਨੂੰ, ਜਿਸ ਤਰੀਕੇ ਦੇ ਨਾਲ ਪਾਰਟੀ ਚੱਲ ਰਹੀ ਹੈ, ਜਿਸ ਤਰੀਕੇ ਨਾਲ ਫੈਸਲੇ ਹੋ ਰਹੇ ਨੇ, ਮੈਂ ਨਹੀਂ ਇਹਦੇ ਨਾਲ ਸਹਿਮਤ ਹੋ ਸਕਦਾ।
ਫਿਰ ਉਹਨੇ ਜਿਹੜਾ ਅੱਡ ਹੋਣ ਦਾ ਫੈਸਲਾ ਕੀਤਾ। ਹਾਂ, ਪਾਰਟੀ ਦੇ ਵਿੱਚ ਰਹਿ ਕੇ ਆਪਦੀਆਂ ਗੱਲਾਂ ਕੀਤੀਆਂ, ਉਹਨੂੰ ਰੱਖਿਆ, ਪਾਰਟੀ ਦੇ ਵਿੱਚ ਵਿਰੋਧ ਵੀ ਕੀਤਾ, ਪਰ ਪਾਰਟੀ ਦੇ ਅਨੁਸ਼ਾਸਨ ਦੇ ਵਿੱਚ ਰਹਿ ਕੇ। ਅਤੇ ਫਿਰ ਜਦ ਉਹਨਾਂ ਦਾ ਜਿਹੜਾ ਹੈ ਭਰੋਸਾ ਜਿਹਾ ਉੱਠ ਗਿਆ, ਫਿਰ ਉਹਨੇ ਅਸਤੀਫਾ ਦੇ ਕੇ ਪਾਰਟੀ 'ਚੋਂ ਅਹੁਦਿਆਂ ਤੋਂ ਘਰੇ ਬਹਿ ਗਏ, ਅਤੇ ਇਹੀ ਕਾਰਨ ਬਣਿਆ ਅੱਡ ਹੋਣ ਦਾ। ਬਾਦਲ ਪਰਿਵਾਰ ਦੇ ਨਾਲ ਬਿਲਕੁਲ ਖੱਬੇ ਪਾਸੇ ਕੁਰਸੀ ਰਹਿੰਦੀ ਸੀ ਢੀਂਡਸਿਆਂ ਦੀ, ਅਤੇ ਅੱਜ ਉਹ ਕੁਰਸੀ ਦੂਜੇ ਘਰ ਤੱਕ ਹੋ ਗਈ ਹੈਗੀ, ਕੰਧਾਂ ਨਿਕਲੀਆਂ ਵਿਚਾਲੇ। ਦੇਖੋ, ਜਦ ਮਤਭੇਦ ਪੈ ਜਾਣ ਤਾਂ ਫਿਰ ਇਹੀ ਹੁੰਦਾ ਗਾ। ਇਸ 'ਚ ਕੋਈ ਦੋ ਰਾਏ ਨਹੀਂ। ਢੀਂਡਸਾ ਸਾਹਿਬ ਦੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਬਹੁਤ ਨੇੜਤਾ ਰਹੀ ਹੈ, ਬੜਾ ਲੰਬਾ ਸਮਾਂ ਉਹਨਾਂ ਨੇ ਸਾਥ ਨਿਭਾਇਆ। ਪਰ ਨੇੜਤਾ ਹੋਣਾ ਮਤਲਬ ਇਹ ਨਹੀਂ ਵੀ ਅਸੀਂ ਅੱਖਾਂ ਮੀਚ ਲਈਏ, ਜਿਹੜੀਆਂ ਕੋਈ ਚੀਜ਼ਾਂ ਨੇ ਜਿਹੜੀਆਂ ਗਲਤ ਨੇ ਉਹਨੂੰ ਗਲਤ ਨਾ ਕਹੀਏ। ਅਤੇ ਜਦ ਤੁਸੀਂ ਕਈ ਵਾਰ ਗਲਤ ਨੂੰ ਗਲਤ ਕਹਿੰਦੇ ਹੋ ਤਾਂ ਫਿਰ ਉਹ 'ਚ ਫਰਕ ਵੀ ਪੈ ਜਾਂਦੇ, ਭਰਾਵਾਂ 'ਚ ਵੀ ਫਰਕ ਪੈ ਜਾਂਦੇ। ਸੋ ਫਰਕ ਪਿਆ, ਅਤੇ ਮੈਨੂੰ ਨਹੀਂ ਲੱਗਦਾ ਇਹ ਛੇਤੀ ਕੋਈ ਕਿਤੇ ਪੂਰਿਆ ਜਾ ਸਕਦਾ। ਅਕਾਲੀ ਦਲ ਦੀ ਜੇ ਗੱਲ ਕਰਦੇ ਹਾਂ ਤਾਂ ਅਕਾਲੀ ਦਲ, ਜਿਵੇਂ ਮੈਂ ਸ਼ੁਰੂਆਤ 'ਚ ਕਿਹਾ ਕਿ ਵੱਧ ਅਧਿਕਾਰਾਂ ਦੀ ਗੱਲ ਕਰੀ ਸੀ, ਉਸ ਵਕਤ ਢੀਂਡਸਾ ਪਰਿਵਾਰ ਵੀ ਨਾਲ ਰਿਹਾ, ਸੁਖਦੇਵ ਸਿੰਘ ਢੀਂਡਸਾ ਦਾ ਖਾਸ ਕਰਕੇ ਨਾਲ ਸੀਗੇ। ਜੇਕਰ ਅੱਜ ਵੱਧ ਅਧਿਕਾਰਾਂ ਦੀ ਲੋੜ ਪਈ ਪੰਜਾਬ ਨੂੰ ਤਾਂ ਲੜੋਗੇ? ਅਸੀਂ ਅੱਜ ਵੀ, ਸਾਡਾ ਮੈਨੀਫੈਸਟੋ ਹੈ ਵੀ ਸੂਬਿਆਂ ਨੂੰ ਵੱਧ ਅਧਿਕਾਰ ਹੋਣੇ ਚਾਹੀਦੇ ਆ। ਅਸੀਂ ਉਸ ਸਟੈਂਡ ਤੋਂ ਪਿੱਛੇ ਨਹੀਂ ਹਟੇ। ਅਸੀਂ ਇਹ ਮੰਨਦੇ ਹਾਂ ਕਿ ਦੇਸ਼ ਦੀ ਤਰੱਕੀ ਦਾ ਰਾਹ ਸੂਬਿਆਂ ਨੂੰ ਵੱਧ ਅਧਿਕਾਰ, ਕਿਉਂਕਿ ਕੇਂਦਰ ਕੋਲੇ ਜਿਹੜਾ ਹੈ ਲਿਮਟਿਡ ਸੈਕਟਰਸ ਉਹਨਾਂ ਕੋਲ ਨਹੀਂ ਚਾਹੀਦੇ। ਹਾਂ, ਓਵਰਆਲ ਕੇਂਦਰ ਹੀ ਆਲ ਪਾਵਰਫੁਲ ਤਾਂ ਹੈ ਹੀ ਹੈ, ਪਰ ਸੂਬਿਆਂ ਨੂੰ ਜੇ ਹੋਰ ਵੱਧ ਅਧਿਕਾਰ ਹੋਣਗੇ ਤਾਂ ਸੂਬੇ ਜ਼ਿਆਦਾ ਵਧੀਆ, ਕਿਉਂਕਿ ਹਰ ਸੂਬੇ ਦੀ ਅੱਡ ਮੁਸ਼ਕਿਲਾਂ ਨੇ। ਕੇਂਦਰ ਕੋਈ ਵੀ ਪੋਲਿਸੀ ਬਣਾਉਂਦੀ ਹੈ ਉਹ ਨੈਸ਼ਨਲ ਪੋਲਿਸੀ ਬਣਾਉਂਦੀ ਹੈ। ਹੁਣ ਕਿਸੇ ਇਲਾਕੇ ਦੀ ਡਿਵੈਲਪਮੈਂਟ ਲਈ ਹੈ, ਹੁਣ ਜੇ ਤੁਸੀਂ ਸਾਰੇ ਇਲਾਕੇ ਦੀ ਡਿਵੈਲਪਮੈਂਟ ਲਈ ਇੱਕੋ ਹੀ ਪੋਲਿਸੀ ਬਣਾ ਦੋਗੇ, ਕਿਤੇ ਡਿਵੈਲਪਮੈਂਟ ਸਟੇਜ ਸੂਬੇ ਦੀ ਕੋਈ ਹੈ, ਕਿਸੇ ਦੀ ਕੋਈ ਹੈ, ਉਹਨਾਂ ਲਈ ਉਹ ਫਿੱਟ ਨਹੀਂ ਕਰਦੇ ਮਤਲਬ। ਸੋ ਇਸ ਲਈ ਜੇ ਅਸੀਂ ਉਹਨੂੰ ਡੀਸੈਂਟਰਲਾਈਜ਼ ਕਰਾਂਗੇ ਤਾਂ ਹਰ ਸੂਬਾ ਆਪਦੀ ਇੱਛਾ ਅਨੁਸਾਰ, ਆਪਦੀ ਲੋੜ ਅਨੁਸਾਰ ਪਾਲਿਸੀ ਜਿਹੜੀਆਂ ਡਿਵੈਲਪਮੈਂਟ ਦੀਆਂ ਕੋਈ ਵੀ ਸਕੀਮਾਂ ਨੇ ਉਹ ਆਪਦੇ ਮੁਤਾਬਕ ਉਹਨਾਂ ਨੂੰ ਰੱਖ ਸਕਦਾ। ਕਈ ਸਕੀਮਾਂ 'ਚ ਅਸੀਂ ਇਸੇ ਕਰਕੇ ਫਿੱਟ ਨਹੀਂ ਆਉਂਦੇ ਵੀ ਅਸੀਂ ਉਸ ਸਟੇਜ ਤੋਂ ਉੱਤੇ ਲੰਘ ਗਏ। ਸੋ ਤਾਂ ਹੀ ਅਸੀਂ ਕਹਿੰਦੇ ਵੀ ਜੇ ਅਸੀਂ ਉਹਨਾਂ ਨੂੰ ਸੂਬਿਆਂ ਨੂੰ ਵੱਧ ਅਧਿਕਾਰ ਦੇਵਾਂਗੇ ਤਾਂ ਹਰ ਸੂਬਾ ਆਪਦੀ ਲੋੜ ਮੁਤਾਬਕ ਆਪਦਾ ਡਿਸੀਜਨ ਲੈ ਸਕੇਗਾ ਅਤੇ ਆਪਦਾ ਭਵਿੱਖ ਤੈਅ ਕਰ ਸਕੇਗਾ। ਬ੍ਰਹਮਪੁਰਾ ਨਾਲ ਵੀ ਕਾਫੀ ਨੇੜਤਾ ਰਹੀ ਆ। ਬ੍ਰਹਮਪੁਰਾ ਸਾਹਿਬ ਪਿਛਲੇ ਦਿਨੀ ਬਾਦਲ ਪਰਿਵਾਰ ਨੂੰ ਭੰਡਦੇ ਫਿਰ ਉਹਨਾਂ ਦੀ ਝੋਲੀ 'ਚ ਬੈਠ ਕੇ ਜਾ ਕੇ ਢੀਂਡਸਿਆਂ ਨੂੰ ਛੱਡ ਗਏ। ਕਿ ਉਹਨਾਂ ਦਾ ਨਿੱਜੀ ਫੈਸਲਾ, ਉਹਦਾ ਜਵਾਬ ਤਾਂ ਉਹ ਦੇ ਸਕਦੇ ਆ। ਜੋ ਕੁਛ ਉਹਨਾਂ ਨੇ ਕਿਹਾ ਉਹਦੇ 'ਚ ਹੁਣ ਕੀ ਫਰਕ ਪੈ ਗਿਆ, ਇਹ ਤਾਂ ਬ੍ਰਹਮਪੁਰਾ ਸਾਹਿਬ ਨੇ ਜਵਾਬ ਦੇਣਾ। ਅਸੀਂ ਤਾਂ ਅੱਜ ਵੀ ਉਸ ਸਟੈਂਡ 'ਤੇ ਖੜ੍ਹੇ ਹਾਂ ਜਿਹੜੇ ਸਟੈਂਡ 'ਤੇ ਸੀਗੇ। ਸਾਡੇ ਤਾਂ ਸਟੈਂਡ 'ਚ ਕੋਈ ਫਰਕ ਨਹੀਂ। ਤੁਹਾਡੇ ਨਾਲ ਗੱਲ ਨਹੀਂ ਹੋਈ ਪਹਿਲਾਂ ਵੀ ਅਸੀਂ ਛੱਡ ਰਹੇ ਹਾਂ ਜਾਂ ਅਸੀਂ ਬਾਦਲ ਪਰਿਵਾਰ ਨਾਲ ਜਾ ਰਹੇ ਹਾਂ ਜਾਂ ਅਸੀਂ ਅਕਾਲੀ ਦਲ ਦੁਬਾਰਾ ਤੋਂ ਜੁਆਇਨਿੰਗ ਕਰ ਰਹੇ ਹਾਂ? ਦੇਖੋ, ਸਾਨੂੰ ਇਸ ਗੱਲ ਦੀ ਭਿਣਕ ਤਾਂ ਸੀਗੀ। ਅਸੀਂ ਇਹ ਜੋ 3-4 ਮਹੀਨੇ ਪਹਿਲਾਂ ਸਾਨੂੰ ਕੁਛ ਲੋਕ ਕਹਿਣ ਲੱਗ ਪਏ ਸੀਗੇ ਅੰਮ੍ਰਿਤਸਰ ਦੇ ਮਾਝੇ ਦੇ ਵੀ ਜੀ ਬ੍ਰਹਮਪੁਰਾ ਸਾਹਿਬ ਜਾ ਰਹੇ। ਅਸੀਂ ਉਹਨਾਂ ਦੀ ਗੱਲ ਨਹੀਂ ਮੰਨੀ ਸੀ ਕਿ ਨਹੀਂ ਇਹ ਨਹੀਂ ਹੋ ਸਕਦਾ। ਬ੍ਰਹਮਪੁਰਾ ਸਾਹਿਬ ਤਾਂ ਬੜੇ ਇਸ ਗੱਲ ਲਈ ਦ੍ਰਿੜ ਨੇ, ਅਤੇ ਪਰ ਉਹ ਗੱਲ ਸਹੀ ਸਾਬਤ ਹੋਈ, ਉਹ ਚਲੇ ਗਏ ਉੱਧਰ। ਚਲੋ, ਮੈਂ ਕੀ ਕਹਾਂ, ਉਹਨਾਂ ਦੀ ਆਪਦੀ ਮਰਜ਼ੀ, ਆਪਦਾ ਫੈਸਲਾ। ਤੁਸੀਂ ਕਿਸੇ ਦੇ ਫੈਸਲੇ ਨੂੰ ਕੀ ਕਹਿ ਸਕਦੇ ਹੋ? ਅਫਸੋਸ ਹੁੰਦਾ ਵੀ ਸਾਡੇ ਨਾਲ ਬੈਠ ਕੇ ਰੋਟੀ ਖਾਧੀ, ਭਾਂਡੇ ਸਾਂਝੇ ਰੱਖੇ, ਅਤੇ ਅੱਜ ਫਿਰ ਉੱਧਰਲੇ ਪਾਸੇ ਚਲੇ ਗਏ। ਦੇਖੋ, ਅਫਸੋਸ ਤਾਂ ਹੁੰਦਾ ਹੀ ਹੁੰਦਾ ਹੈਗਾ, ਇਸ ਤਾਂ ਕੋਈ ਦੋ ਰਾਏ ਨਹੀਂ। ਅਫਸੋਸ ਹੁੰਦਾ ਹੈ, ਪਰ ਜਵਾਬਦੇਹ ਉਹ ਨੇ, ਆਪਦੇ ਆਪ ਨੂੰ ਵੀ ਜਵਾਬਦੇ ਨੇ, ਲੋਕਾਂ ਨੂੰ ਵੀ ਜਵਾਬਦੇ ਨੇ ਵੀ ਕੀ ਉਹ ਸਿਰਫ ਨਿੱਜੀ ਕੋਈ ਕਾਰਨ ਸੀ ਅੱਡ ਹੋਣ ਦੇ ਕਿ ਸਿਧਾਂਤਕ ਤੌਰ 'ਤੇ ਹੋਏ ਸੀ। ਪ੍ਰਵਿੰਦਰ ਢੀਂਡਸਾ ਗੱਡੀ ਦੀ ਡਿੱਗੀ 'ਤੇ ਧਰ ਕੇ ਕਾਗਜ਼ਾਂ 'ਤੇ ਸਾਈਨ ਕਰ ਦਿੰਦਾ ਸੀ ਜੇਕਰ ਕਿਸੇ ਦਾ ਕੰਮ ਆਉਂਦਾ ਸੀ, ਅਤੇ ਅੱਜ ਵੀ ਉਸੇ ਤਰ੍ਹਾਂ ਕੰਮ ਹੋਏਗਾ ਜੇਕਰ ਬੀਜੇਪੀ ਦੇ ਵਿੱਚ ਚਲੇ ਗਏ ਹੋ ਤਾਂ? ਦੇਖੋ, ਅਸੀਂ ਤਾਂ ਸਾਡੀ ਡਿਊਟੀ ਹੈ ਇਹ। ਮੈਂ ਸਮਝਦਾ ਜੇ ਅਸੀਂ ਕਿਸੇ ਦਾ ਫਾਇਦਾ ਕਰ ਸਕਦੇ ਹਾਂ ਤਾਂ ਅਸੀਂ ਭਾਗਾਂ ਵਾਲੇ ਹਾਂ। ਸਾਨੂੰ ਇਸ ਯੋਗ ਪਰਮਾਤਮਾ ਨੇ ਬਣਾਇਆ ਵੀ ਅਸੀਂ ਕਿਸੇ ਗਰੀਬ ਦਾ, ਕਿਸੇ ਹੋਰ ਬੰਦੇ ਦਾ ਕੋਈ ਫਾਇਦਾ ਕਰ ਸਕਦੇ ਹਾਂ, ਅਤੇ ਉਹ ਫਾਇਦਾ ਕਰਨ ਲਈ ਕੋਈ ਜਗ੍ਹਾ ਨਹੀਂ ਹੁੰਦੀ। ਅਸੀਂ ਕਹੀਏ ਵੀ ਭਾਈ ਤੂੰ ਆ ਕੇ ਦਫ਼ਤਰ ਆਈ ਮੇਰੇ ਕੱਲ੍ਹ ਨੂੰ, ਫਿਰ ਤੇਰਾ ਕੰਮ ਕਰਾਂਗੇ। ਜਿੰਨਾ ਕਿਸ ਦਾ ਹੋ ਸਕਦਾ ਕਰੀਏ। ਹਾਂ, ਹਰ ਗੱਲ ਮੈਂ ਨਹੀਂ ਕਰ ਸਕਦਾ, ਮੈਂ ਨਹੀਂ ਕਹਿੰਦਾ ਵੀ ਕਰ ਸਕਦਾ, ਪਰ ਜਿੰਨੀ ਕੁ ਵੀ ਬੰਦੇ ਤੋਂ ਬਣਦੀ ਹੈ ਉਨੀ ਕਰਨ ਦੀ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਇਹੀ ਜਿਹੜਾ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਜੋ ਵੀ ਉਪਦੇਸ਼ ਮਿਲਦਾ ਹੈ ਉਹ ਇਹੀ ਹੈ ਵੀ ਤੁਸੀਂ ਗਰੀਬ ਦਾ ਭਲਾ ਕਰੋ, ਲੋੜਵੰਦ ਦਾ ਫਾਇਦਾ ਕਰੋ, ਕਿਸੇ ਦੀ ਮਦਦ ਕਰੋ। ਇੱਕ ਅਹਿਮ ਸਵਾਲ ਆ ਜਿਹੜਾ ਸਾਰਿਆਂ ਦੇ ਦਿਮਾਗ ਦੇ ਵਿੱਚ ਘੁੰਮ ਰਿਹਾ ਪ੍ਰਧਾਨ ਮੰਤਰੀ ਨੂੰ ਲੈ ਕੇ, ਜਿਹੜਾ ਕਿ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਆਉਂਦੇ ਨੇ, ਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਵੱਲੋਂ ਇੱਕ ਲੈਣਾ ਕਹੀਆਂ ਜਾਂਦੀਆਂ ਨੇ ਕਿ ਆਪਣੇ ਮੁੱਖ ਮੰਤਰੀ ਦਾ ਥੈਂਕਸ ਕਰਨਾ ਕਿ ਮੈਂ ਜਿੰਦਾ ਵਾਪਸ ਪਹੁੰਚ ਗਿਆ। ਇਸ ਦਾ ਕੀ ਮਤਲਬ ਸਮਝੀਏ ਹੁਣ ਫਿਰ? ਦੇਖੋ,
ਸਿਕਿਉਰਿਟੀ ਜੇ ਤੁਹਾਨੂੰ ਪਤਾ ਹੀ ਹੈ, ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਨੂੰ ਖਤਰਾ ਤਾਂ ਹੁੰਦਾ ਹੀ ਹੁੰਦਾ ਹੈ। ਪਹਿਲਾਂ 2 ਪ੍ਰਧਾਨ ਮੰਤਰੀ ਅਸੈਸੀਨੇਟ ਜਾਂ ਮਾਰੇ ਜਾ ਚੁੱਕੇ ਨੇ ਆਪਣੇ ਦੇਸ਼ 'ਚ, ਅਤੇ ਸਾਡਾ ਦੇਸ਼ ਦਾ ਮੁਖੀ ਜੇ ਆਪਾਂ ਕਹੀਏ ਪ੍ਰਧਾਨ ਮੰਤਰੀ ਹੈ ਫॉर ਆਲ ਪ੍ਰੈਕਟੀਕਲ ਪਰਪਸਿਸ। ਅਤੇ ਉਹਨਾਂ ਨੂੰ ਜੇ ਉਹ ਸੜਕ 'ਤੇ ਕਿਤੇ ਫਸ ਜਾਂਦੇ ਨੇ ਤਾਂ ਕੱਲ੍ਹ ਨੂੰ ਕਿਸੇ ਵਿਅਕਤੀ ਦੇ ਵਿੱਚ ਤਾਂ ਕੋਈ ਬਣਿਆ ਨਹੀਂ ਹੋਇਆ, ਕੋਈ ਕੌਣ ਕਿੱਥੋਂ ਆਇਆ, ਆਲੇ ਦੁਆਲੇ ਬੰਦਾ ਖੜ੍ਹਾ ਹੈ ਭੀੜ ਦੇ ਵਿੱਚ, ਇੱਕੋ ਹੀ ਬੰਦਾ ਹੁੰਦਾ ਹੈ, ਸਾਰੀ ਭੀੜ ਤਾਂ ਨਹੀਂ ਮਾੜੀ ਹੁੰਦੀ, ਇੱਕੋ ਹੀ ਬੰਦਾ ਵਿੱਚ ਗਲਤ ਅਨਸਰ ਹੋਵੇ ਉਹ ਨੁਕਸਾਨ ਕਰ ਸਕਦਾ। ਅਤੇ ਪੰਜਾਬ ਤੋਂ ਬਾਰਡਰ ਕਿੰਨੀ ਕੁ ਦੂਰ ਹੈ, ਕੱਲ੍ਹ ਕੋਈ ਪਾਕਿਸਤਾਨੀ ਕੋਈ ਜਿਹੜੇ ਜਸੂਸ ਨੇ ਹੋ ਰਹੇ ਤਾਂ ਤੁਰੇ ਫਿਰਦੇ ਆ, ਕੋਈ ਨੁਕਸਾਨ ਹੋ ਜੇ ਇਹਦਾ ਖਦਸ਼ਾ ਤਾਂ ਹਮੇਸ਼ਾ ਰਹਿੰਦਾ। ਪ੍ਰਧਾਨ ਮੰਤਰੀ ਨੂੰ ਤਾਂ ਆਲਵੇਜ਼ ਖਤਰਾ ਰਹਿੰਦਾ ਹੈਗਾ। ਸੋ ਉਹਨਾਂ ਨੂੰ ਇਸ ਲਹਿਜ਼ੇ ਨਾਲ ਉਹਨਾਂ ਦੇ ਇਹ ਕਿਹਾ ਹੋਣਾ ਹੈਗਾ, ਕੋਈ ਇਹ ਤਾਂ ਨਹੀਂ ਕਿਹਾ ਵੀ ਮੈਨੂੰ ਮੁੱਖ ਮੰਤਰੀ ਮੈਨੂੰ ਕੁਛ ਕਰਾਉਣਾ ਚਾਹੁੰਦਾ ਹੈਗਾ ਜਾਂ ਪੰਜਾਬ ਦੇ ਲੋਕ ਕਰਨਾ ਚਾਹੁੰਦੇ ਨੇ। ਪਰ ਪੰਜਾਬ ਦੇ ਵਿੱਚ ਬਾਹਰੋਂ ਵੀ ਲੋਕ ਹੋ ਸਕਦੇ, ਕਿਤੋਂ ਵੀ ਹੋ ਸਕਦੇ ਨੇ। ਕੋਈ ਜਿਹੜਾ ਹੈ ਮੈਂ ਕਹਾਂਗਾ ਜੇ ਕਿਸਾਨਾਂ ਨੂੰ ਜਾਂ ਮੁੱਖ ਮੰਤਰੀ ਨੂੰ ਤੇ ਟਿੱਪਣੀ ਨਹੀਂ ਉਹਨਾਂ ਨੇ ਕੀਤੀ, ਉਹਨਾਂ ਨੇ ਟਿੱਪਣੀ ਓਵਰਆਲ ਆਪਦੀ ਸਿਕਿਉਰਿਟੀ 'ਤੇ ਕੀਤੀ ਸੀ। ਅਤੇ ਸਿਕਿਉਰਿਟੀ ਦੇ ਵਿੱਚ ਲੈਪਸ ਨੂੰ ਕੱਲ੍ਹ ਮੁੱਖ ਮੰਤਰੀ ਨੇ ਵੀ ਮੰਨਿਆ, ਉਹਨਾਂ ਨੇ ਪ੍ਰਧਾਨ ਮੰਤਰੀ ਤੋਂ ਮਾਫੀ ਮੰਗੀ। ਜਿਹੜੀ ਮੀਟਿੰਗ ਹੋਈ ਕਰੋਨਾ ਦੇ ਉੱਤੇ ਸਾਰੇ ਮੁੱਖ ਮੰਤਰੀ ਨੇ, ਉੱਥੇ ਪੰਜਾਬ ਦੇ ਮੁੱਖ ਮੰਤਰੀ ਨੇ ਗਲਤੀ ਮੰਨੀ ਹੈ, ਚਾਹੇ ਆਪਦੇ ਤਰੀਕੇ ਨਾਲ ਉਹਨਾਂ ਨੇ ਕਿਹਾ, ਅਤੇ ਚੰਗੀ ਗੱਲ ਹੈ ਉਹਨਾਂ ਨੇ ਗਲਤੀ ਮੰਨੀ। ਮੈਂ ਨਹੀਂ ਕਹਿੰਦਾ ਵੀ ਇਹਦੇ ਨਾਲ ਕੋਈ ਮੁੱਖ ਮੰਤਰੀ ਦਾ ਅਹੁਦਾ ਜਾਂ ਉਹਦਾ ਕੋਈ ਸਟੇਟਸ ਘੱਟ ਗਿਆ, ਸਰਕਾਰੀ ਤੰਤਰ ਤੋਂ ਗਲਤੀ ਹੋਈ ਹੈ। ਕੋਈ ਮੁੱਖ ਮੰਤਰੀ ਤਾਂ ਜੇ ਕਹੇ ਵੀ ਮੁੱਖ ਮੰਤਰੀ ਇਕੱਲਾ ਤਾਂ ਨਹੀਂ ਉਹਦੇ ਵਾਸਤੇ ਜਿਵੇਂ, ਹਾਂ ਉਹ ਇੱਕ ਰਿਪਰੈਜ਼ੈਂਟ ਕਰਦਾ ਸਟੇਟ ਨੂੰ, ਉਹਨੇ ਗਲਤੀ ਮੰਨ ਲਈ ਵੀ ਹੋਇਆ, ਚੰਗੀ ਗੱਲ ਹੈ, ਸਮਾਂ ਗੱਲ ਖਤਮ ਹੋ ਗਈ ਇੱਥੇ। ਇਹਨੂੰ ਖਿੱਚਣਾ ਅੱਗੇ ਲਿਜਾਣਾ, ਇਹ ਆਪਸ 'ਚ ਇਹਦੇ ਨਾਲ ਕਸਕਸਾ ਹੋਣਾ, ਉਹ ਕੋਈ ਚੰਗੀ ਗੱਲ ਤਾਂ ਹੈ ਨਹੀਂ। ਸੋ ਇਹ ਅੱਗੇ ਤੋਂ ਧਿਆਨ ਰੱਖਣਾ ਚਾਹੀਦਾ ਜਿਹੜੀ ਵੀ ਕੋਈ ਸਿਕਿਉਰਿਟੀ ਆ ਲੈਪਸਿਸ ਨਾ ਹੋਣ। ਆਖਰ ਦੇ ਵਿੱਚ ਇੱਕ ਸਵਾਲ ਆ, ਸੰਗਰੂਰ ਹਲਕਾ ਅਜਿਹਾ ਹਲਕਾ ਜਿੱਥੇ ਕਿ ਲੋਕ ਗਰਮ ਖਿਆਲੀ ਵੀ ਨੇ, ਨਰਮ ਖਿਆਲੀ ਵੀ ਨੇ, ਉੱਥੋਂ ਬੜੀ ਜਿਹੜੀ ਕਿ ਟੱਕਰ ਆ ਤਕੜੀ ਹੋਣ ਵਾਲੀ ਹੈਗੀ। ਉੱਥੇ ਢੀਂਡਸੇ ਵੀ ਹੈਗੇ ਨੇ, ਅਤੇ ਉੱਥੇ ਭਗਵੰਤ ਮਾਨ ਵੀ ਹੈਗਾ, ਅਤੇ ਉੱਥੇ ਕਾਂਗਰਸ ਦਾ ਵੀ ਕਾਫੀ ਜ਼ੋਰ ਆ, ਅਤੇ ਉੱਥੇ ਅਕਾਲੀਆਂ ਦਾ ਵੀ ਕਾਫੀ ਜ਼ੋਰ ਆ। ਆਖਰ ਕਿਸ ਤਰੀਕੇ ਦੀ ਟੱਕਰ ਰਹੇਗੀ ਇਹ? ਮੈਨੂੰ ਲੱਗਦਾ ਹੈ 5 ਕੋਣੀ ਟੱਕਰ ਸੰਗਰੂਰ ਜ਼ਿਲ੍ਹੇ 'ਚ ਬਣਦੀ ਜਾ ਰਹੀ ਹੈ। ਇੱਕ ਤਾਂ ਸਾਡਾ ਬੀਜੇਪੀ ਸੰਯੁਕਤ ਅਕਾਲੀ ਦਲ ਦਾ, ਅਤੇ ਦੂਸਰਾ ਹੋ ਗਿਆ ਕਾਂਗਰਸ, ਤੀਸਰੀ ਬਸਪਾ ਅਤੇ ਅਕਾਲੀ ਦਲ ਬਾਦਲ, ਫਿਰ ਆਮ ਆਦਮੀ ਅਤੇ ਸੰਯੁਕਤ ਸਮਾਜ ਮੋਰਚਾ। ਸੋ ਇਹ 5 ਧਿਰਾਂ ਕਰਨਗੀਆਂ, ਅਤੇ ਇਹਦੇ ਵਿੱਚ ਸਾਨੂੰ ਉਮੀਦ ਹੈ ਅਸੀਂ ਜਿੱਤਾਂਗੇ। ਮੈਨੂੰ ਲੱਗਦਾ ਹਰ ਕਿਸੇ ਨੂੰ ਹੁੰਦੀ ਹੈ ਉਮੀਦ, ਹਰ ਪਾਰਟੀ ਉਮੀਦ ਨਾਲ ਹੀ ਚੋਣ 'ਚ ਜਾਂਦੀ ਹੈ, ਫੈਸਲਾ ਲੋਕਾਂ ਨੇ ਕਰਨਾ ਹੈਗਾ। ਮੈਨੂੰ ਇਸ ਗੱਲ ਦਾ ਭਰੋਸਾ ਹੈਗਾ ਵੀ ਸਾਨੂੰ ਲੋਕਾਂ ਦਾ ਸਮਰਥਨ ਜ਼ਰੂਰ ਮਿਲੇਗਾ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਜਾਂਦੇ ਜਾਂਦੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਆ, ਉਸ ਨੂੰ ਚੋਣ ਨਿਸ਼ਾਨ ਵੀ ਉਹ ਮਿਲਿਆ ਜਿਹੜਾ ਹਰ ਇੱਕ ਦੇ ਫੋਨ ਜੇਬ ਦੇ ਵਿੱਚ ਹੁੰਦਾ, ਟੈਲੀਫੋਨ। ਚੋਣ ਨਿਸ਼ਾਨ ਟੈਲੀਫੋਨ ਮਿਲਿਆ। ਤਾਂ ਦੇਖਦੇ ਹਾਂ ਕਿ 2022 ਦੇ ਵਿੱਚ ਜਿਹੜਾ 5 ਕੋਣਾ ਮੁਕਾਬਲਾ ਹੈਗਾ, ਕੌਣ ਜਿੱਤਦਾ, ਕੌਣ ਸੰਗਰੂਰ ਹਲਕੇ ਦੇ ਵਿੱਚੋਂ ਆਪਣੀ MLA ਦੀ ਸੀਟ ਪੱਕੀ ਕਰਦਾ, ਅਤੇ ਕੌਣ ਲਹਿਰੇ ਗਾਗੇ ਦੇ ਵਿੱਚੋਂ ਆਪਣੀ MLA ਦੀ ਸੀਟ ਪੱਕੀ ਕਰਦਾ, ਅਤੇ ਕਿਹਦੀ ਸਰਕਾਰ ਆਉਂਦੀ ਆ। ਦੇਖਣਾ ਇਹ ਹੋਵੇਗਾ। ਜੁੜੇ ਰਹੋ KTV ਦੇ ਨਾਲ। ਮੇਰੇ ਸਹਿਯੋਗੀ ਸਾਥੀ ਹਰਜਿੰਦਰ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।